ਜਿਹੜਾ ਕੱਲ ਇਹਨਾਂ ਨੇ ਕਾਰਵਾਈ ਕੀਤੀ ਆ ਉਹ ਕਾਬਿਲੇ ਤਾਰੀਫ ਹੈ। ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਿਹਾ ਸੀ, ਤੁਸੀਂ ਸਾਰੇ ਗਵਾਹ ਬੈਠੇ ਹੋ ਕਿ ਜਿਹੜਾ ਕੰਮ ਚੰਗਾ ਕਰੇਗੀ ਭਗਵੰਤ ਮਾਨ ਸਰਕਾਰ ਉਹਨੂੰ ਅਸੀਂ ਮੁਬਾਰਕਬਾਦ ਵੀ ਦਿਆਂਗੇ, ਉਹਦਾ ਸਵਾਗਤ ਵੀ ਕਰਾਂਗੇ। ਕੱਲ ਇਹਨਾਂ ਨੇ ਆਪਣੇ ਇੱਕ ਮਿਨਿਸਟਰ ਨੂੰ ਕਰਪਸ਼ਨ ਚਾਰਜਸ ਦੇ ਉੱਤੇ ਪਹਿਲਾਂ ਡਿਸਮਿਸ ਕੀਤਾ, ਫਿਰ ਅਰੈਸਟ ਕੀਤਾ। ਅਸੀਂ ਉਹਦਾ ਸਵਾਗਤ ਕੀਤਾ ਕਿ ਇਹ ਅੱਛਾ ਕਦਮ ਹੈ, ਇੱਕ ਵੱਡੇ ਪੱਧਰ ਦੇ ਉੱਤੇ ਕਰਪਸ਼ਨ ਇਨ ਹਾਈ ਪਲੇਸਿਸ ਨੂੰ ਚੈੱਕ ਕਰਨ ਵਾਸਤੇ ਅੱਛਾ ਕਦਮ ਗਿਣਿਆ ਗਿਆ ਵਾ। ਪਰ ਇਹਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਜਿੱਦਾਂ ਜੋ ਪਤਾ ਲੱਗਿਆ ਕਿ ਇਹਦੀ ਆਡੀਓ ਰਿਕਾਰਡਿੰਗ ਹੈ। ਵੈਸੇ ਫਰਸਟ ਥਿੰਗ ਲੈਟ ਆਈ ਐਮ ਨਾਟ ਗੋਇੰਗ ਟੂ ਐਨੀਬਡੀਜ਼ ਡਿਫੈਂਸ ਮਾਈਂਡ ਯੂ, ਬਟ ਆਈ ਐਮ ਅ ਲਿਟਲ ਅਪੋਲਡ ਐਂਡ ਸਰਪ੍ਰਾਈਜ਼ਡ ਕਿ ਕੀ ਪੀਸੀ ਐਕਟ ਜਿਹੜਾ ਕਰਪਸ਼ਨ ਐਕਟ ਆ ਉਹ ਸਿਰਫ ਆਡੀਓ ਰਿਕਾਰਡਿੰਗ ਤੇ ਅਰੈਸਟ ਹੋ ਸਕਦਾ ਆਦਮੀ, ਕਿਉਂਕਿ ਪੀਸੀ ਐਕਟ ਕਹਿੰਦਾ ਵਾ ਕਿ ਟ੍ਰਾਂਜੈਕਸ਼ਨ ਜ਼ਰੂਰੀ ਆ। ਜਦੋਂ ਵਿਜੀਲੈਂਸ ਬਿਊਰੋ ਕਿਸੇ ਨੂੰ ਅਰੈਸਟ ਕਰਦੀ ਆ ਤਾਂ ਉਹ ਬਕਾਇਦਾ ਤੌਰ ਤੇ ਨੋਟ ਹੁੰਦੇ ਨੇ ਉਹਨਾਂ ਦੇ ਉੱਤੇ, ਉਹ ਸਪੈਸ਼ਲ ਉਹਨਾਂ ਦੇ ਕੋਲ ਇੱਕ ਇੰਕ ਹੁੰਦੀ ਆ, ਉਹ ਪੈਸੇ ਫੜਾਏ ਜਾਂਦੇ ਨੇ, ਫਿਰ ਹੱਥ ਧਵਾਏ ਜਾਂਦੇ ਨੇ, ਐਵੀਡੈਂਸ ਕ੍ਰੀਏਟ ਕੀਤਾ ਜਾਂਦਾ ਕਿ ਇਸ ਅਫਸਰ ਨੇ 10 ਲੱਖ ਰੁਪਈਆ ਫਲਾਣੇ ਕੰਮ ਦੇ ਵਾਸਤੇ ਰਿਸ਼ਵਤ ਲਈ ਆ। ਪਰ ਇਸ ਕੇਸ ਵਿੱਚ ਇਹ ਕਿਹਾ ਗਿਆ ਕਿ ਇੱਕ ਆਡੀਓ ਰਿਕਾਰਡਿੰਗ ਆਈ, ਮਿਨਿਸਟਰ ਨੂੰ ਸੁਣਾਈ, ਮਿਨਿਸਟਰ ਨੇ ਗੁਨਾਹ ਕਬੂਲ ਕਰ ਲਿਆ ਤੇ ਅਸੀਂ ਉਸ ਨੂੰ ਡਿਸਮਿਸ ਕਰ ਦਿੱਤਾ। ਇਹ ਤਾਂ ਹੁਣ ਇਹ ਸਰਕਾਰ ਜਾਂ ਇਹਦੀ ਪ੍ਰੋਸੀਕਿਊਸ਼ਨ ਦੱਸੇਗੀ ਕਿ ਇਸ ਕੇਸ ਨੂੰ ਕਿੱਦਾਂ ਸਸਟੇਨ ਕਰਨਗੇ, ਬਿਕੋਜ਼ ਅਲਟੀਮੇਟਲੀ ਇਨ ਦ ਕੋਰਟ ਆਫ ਲਾਅ there has to be substantial evidence of corruption to be taken and corruption to be given। ਲੇਕਿਨ ਉਹਨੂੰ ਵੀ ਪਾਸੇ ਕਰ ਦਿਓ। ਸਾਡਾ ਕਹਿਣਾ ਵਾ ਕਿ ਹੁਣ ਜੇ ਤੁਸੀਂ ਵਾਕਈ ਟਰਾਂਸਪੇਰੈਂਟਲੀ ਕਰ ਰਹੇ ਸਾਰਾ ਕੁਝ, ਅਗਰ ਟਰਾਂਸਪੇਰੈਂਟ ਤਰੀਕੇ ਨਾਲ ਮਿਨਿਸਟਰ ਦੇ ਖਿਲਾਫ ਐਕਸ਼ਨ ਹੋਇਆ ਤੇ ਆਡੀਓ ਰਿਕਾਰਡਿੰਗ ਇੱਕ ਆਧਾਰ ਬਣਾਈ, ਉਹ ਜਨਤਕ ਹੋਣੀ ਚਾਹੀਦੀ ਆ ਫਿਰ। ਕਿਉਂਕਿ ਛੋਟੇਪੁਰ ਦੇ ਖਿਲਾਫ ਵੀ ਇਹੀ ਇਲਜ਼ਾਮ ਲਾਇਆ ਸੀਗਾ 2 ਲੱਖ ਰੁਪਏ ਦਾ 2016 ਦੇ ਵਿੱਚ ਕਿ ਛੋਟੇਪੁਰ ਨੇ 2 ਲੱਖ ਰੁਪਈਆ ਇੱਕ ਰਿਸ਼ਵਤ ਲਈ ਆ ਕਿਸੇ ਆਦਮੀ ਤੋਂ ਟਿਕਟ ਦੇ ਵਾਸਤੇ ਜਾਂ ਪਤਾ ਨਹੀਂ ਕਾਹਦੇ ਵਾਸਤੇ, ਔਰ ਸਟਿੰਗ ਸਾਡੇ ਕੋਲ ਆ। ਉਹ ਸਟਿੰਗ ਕਿਸੇ ਨੂੰ ਦਿਖਾਇਆ ਗਿਆ? ਅੱਜ ਤੇ ਪੁੱਛੋ, ਦੱਸੋ ਜ਼ਰਾ, ਤੁਹਾਨੂੰ ਕਿਸੇ ਨੂੰ ਸਟਿੰਗ ਦਿਖਾਇਆ? ਉਹ ਸਟਿੰਗ ਅੱਜ ਤੱਕ ਨਹੀਂ ਦਿਖਾਇਆ। ਬੰਦਾ ਰਗੜ ਦਿੱਤਾ, ਉਹਦਾ ਪੋਲੀਟੀਕਲ ਕਰੀਅਰ ਡੈਮੇਜ ਕੀਤਾ। ਤੇ ਕਿਤੇ ਇਹ ਕਾਰਵਾਈ ਮਹਿਜ਼ ਓਰਲ ਤਾਂ ਨਹੀਂ ਹੈ, ਕਿਉਂਕਿ ਅਫਸਰ ਤਾਂ ਇਹਨਾਂ ਦੇ ਹੀ ਨੇ। ਜਿਹੜਾ ਐਸਸੀ ਆ, ਜਿਹੜਾ ਵੀ ਕੰਪਲੇਨੈਂਟ ਹੈ ਕੋਈ ਆਦਮੀ, ਉਹ ਤਾਂ ਗਵਰਨਮੈਂਟ ਸਰਵੈਂਟ ਹੀ ਹੈ, ਉਹਦਾ ਜੋ ਸਰਕਾਰ ਕਹੂਗਾ ਤਾਂ ਬੋਲੂਗਾ। ਬਟ ਆਈ ਐਮ ਸ਼ੋਰ ਕਿ ਇਹਨਾਂ ਕੋਲ ਆਡੀਓ ਹੈਗੀ ਆ, ਤੇ ਉਹ ਆਡੀਓ ਜਿਹੜੀ ਆ ਪਬਲਿਕ ਡੋਮੇਨ 'ਚ ਆਉਣੀ ਚਾਹੀਦੀ ਆ, ਕਿਉਂਕਿ ਉਹ ਵੈਸੇ ਵੀ ਇਟ ਵਿਲ ਬੀ ਪਾਰਟ ਆਫ ਦ ਕੇਸ। ਉਹਨੂੰ ਪਬਲਿਕ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਹੀ ਮਾਇਨਿਆਂ ਵਿੱਚ ਭ੍ਰਿਸ਼ਟਾਚਾਰ ਜਿਹੜਾ ਉਹ ਕਿਸ ਲੈਵਲ ਤੇ ਹੋਇਆ, ਕਿਉਂਕਿ ਇਹਨਾਂ ਦੇ ਮੁਤਾਬਕ ਹੀ ਹਲੇ ਪੈਸਾ ਮੰਗਦੇ ਸੀਗੇ, ਲਿਆ ਨਹੀਂ ਸੀਗਾ। ਸੋ ਦੂਸਰਾ ਕਿ ਅਗਰ ਤੁਸੀਂ ਵਾਕਈ ਮੋਰੈਲਿਟੀ ਨੂੰ ਇੰਨਾ ਅਪਹੋਲਡ ਕਰ ਰਹੇ ਹੋ, ਇੰਨੇ ਹਾਈ ਪੈਡੈਸਟਲ ਤੇ ਰੱਖਿਆ, ਤਾਂ ਫਿਰ 3 ਬੰਦਿਆਂ ਦੇ ਖਿਲਾਫ ਵੀ ਕਾਰਵਾਈ ਹੋਰ ਬਣਦੀ ਆ। ਇੱਕ ਬਲਬੀਰ ਸਿੰਘ ਕਨਵਿਕਟ ਹੋਇਆ ਫॉर 3 ਇਅਰਸ, ਹਲੇ ਤੱਕ ਉਹਨੂੰ ਕੋਈ ਰਿਲੀਫ ਨਹੀਂ ਮਿਲੀ ਫਰੋਮ ਦੀ ਹਾਇਰ ਕੋਰਟ। ਕਿ ਉਸ ਨੂੰ ਸਸਪੈਂਡ ਕੀਤਾ ਇਹਨਾਂ ਨੇ ਪਾਰਟੀ ਚੋਂ, ਜਾਂ ਡਿਸਕੁਆਲੀਫਾਈ ਕੀਤਾ, ਜਾਂ ਉਹਨੂੰ ਡਿਸਮਿਸ ਕੀਤਾ ਫਰੋਮ ਦ ਪਾਰਟੀ? ਦੇ ਹੈਵ ਨਾਟ ਡਨ ਇਟ। ਉਹਨੂੰ ਉਹ ਪ੍ਰੋਟੈਕਟ ਕੀਤਾ ਜਾ ਰਿਹਾ ਵਾ। ਦੂਸਰਾ ਇੱਕ ਪੁੱਚੋ ਦਾ ਜਗਸੀਰ ਸਿੰਘ ਐਮਐਲਏ ਸੀਗਾ, ਉਹਦੇ ਤੇ ਲੋਕਾਂ ਨੇ, ਟਰੱਕਾਂ ਵਾਲਿਆਂ ਨੇ ਫੁੱਲ ਪਬਲਿਕ ਵਿਊ 'ਚ ਕਿਹਾ ਕਿ ਇਹਨੇ 60 ਲੱਖ ਰੁਪਇਆ ਸਾਡੇ ਤੋਂ ਮੰਗਦਾ, ਟਰੱਕ ਯੂਨੀਅਨ, ਸ਼ਾਇਦ ਪੁੱਚੋ ਟਰੱਕ ਯੂਨੀਅਨ ਤੋਂ ਜਾਂ ਮੋੜ ਟਰੱਕ ਯੂਨੀਅਨ ਤੋਂ, ਪੁੱਛੋ। ਉਹਦੇ ਖਿਲਾਫ ਕੀ ਇਨਕੁਆਇਰੀ ਹੋਈ? ਕੋਈ ਐਕਸ਼ਨ ਹੋਇਆ? ਨੋ। ਤੀਸਰਾ ਜੈ ਕਿਸ਼ਨ ਰੋੜੀ ਐਮਐਲਏ ਗੜਸ਼ੰਕਰ, ਜਗਬਾਣੀ ਅਖਬਾਰ 'ਚ ਮੈਂ ਖਬਰ ਪੜ੍ਹ ਕੇ ਉਸ ਖਬਰ ਨੂੰ ਨਾਲ ਅਟੈਚ ਕਰਕੇ ਭਗਵੰਤ ਮਾਨ ਨੂੰ ਟੈਗ ਕਰਕੇ ਟਵੀਟ ਕੀਤਾ ਕਿ ਇਸ ਐਮਐਲਏ ਤੇ ਇਲਜ਼ਾਮ ਹੈ ਕਿ ਇਹਨੇ ਇੱਕ ਮੰਡੀ ਬੋਰਡ ਦੇ ਮੁਲਾਜ਼ਮ ਦੀ ਬਦਲੀ ਵਿੱਚ 5 ਲੱਖ ਰੁਪਈਆ ਲਿਆ। ਉਹਦੇ ਖਿਲਾਫ ਕੋਈ ਜਾਂਚ ਨਹੀਂ ਹੋਈ, ਕੋਈ ਇਨਕੁਆਇਰੀ ਨਹੀਂ ਹੋਈ। ਸੋ ਕੀ ਕਰਪਸ਼ਨ ਦੇ ਖਿਲਾਫ ਐਕਸ਼ਨ ਸਿਲੈਕਟਿਵ ਹੋਵੇਗਾ, ਚੁਣਵਾ ਹੋਵੇਗਾ ਕਿ ਇਹਨੂੰ ਰੱਖਣਾ, ਇਹਨੂੰ ਟੋਕਣਾ, ਇਹਨੂੰ ਠੋਕਣਾ, ਇਹਨੂੰ ਬਚਾਉਣਾ, ਕਿ ਇਕਸਾਰ ਹੋਵੇਗਾ? ਅਗਰ ਇਕਸਾਰ ਹੋਵੇਗਾ ਉਹਦਾ ਅਸੀਂ ਸਵਾਗਤ ਕਰਾਂਗੇ, ਲੇਕਿਨ ਜੇ ਸਿਲੈਕਟਿਵ ਹੋਵੇਗਾ ਤਾਂ ਫਿਰ ਸਰਕਾਰ ਨੂੰ ਅਸੀਂ ਘੇਰਾਂਗੇ। ਮਾਈਨਿੰਗ ਮਾਫੀਆ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਅੱਜ ਜਾ ਕੇ ਚੈੱਕ ਕਰ ਲਓ, ਰੋਪੜ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ ਤੇ ਪਠਾਨਕੋਟ, ਸਾਰੇ ਕ੍ਰਸ਼ਰਸ ਦੁਬਾਰਾ ਗੁੰਡਾ ਟੈਕਸ ਲੱਗ ਚੁੱਕਾ ਵਾ। ਮੇਰੇ ਕੋਲ ਪਰਚੀ ਮੈਂ ਟਵੀਟ ਕੀਤੀ, ਤੁਹਾਡੇ ਪੱਕਾ ਹੋਊਗੀ ਤੁਹਾਡੇ ਕੋਲ ਟਵੀਟ ਦੇ ਉੱਤੇ। ਸਾਡੀ ਇੱਕ ਸੈਕਟਰੀ ਆ ਲੜਕੀ, ਲੇਡੀ ਟੀਨਾ ਚੌਧਰੀ ਪਠਾਨਕੋਟ ਦੀ, ਉਹਨੇ ਸਿਰਫ ਇਹ ਗੁਨਾਹ ਕੀਤਾ ਕਿ ਗੁੰਡਾ ਟੈਕਸ ਵਾਲਿਆਂ ਦੇ ਜਾ ਕੇ ਅੱਡੇ ਤੇ ਲਾਈਵ ਕਰਤਾ ਤੇ ਗੁੰਡਾ ਟੈਕਸ ਦੀ ਪਰਚੀ ਆਪਣੇ ਹੱਥ 'ਚ ਫੜ ਕੇ ਦਿਖਾ ਦਿੱਤੀ। ਉਹਦੇ ਤੇ ਉਲਟਾ ਐਫਆਈਆਰ ਦਰਜ ਕਰਤੀ ਪੰਜਾਬ ਪੁਲਿਸ ਨੇ। ਵਿਸਲ ਬਲੋਅਰ ਤੇ ਜਿਹੜਾ ਆਦਮੀ ਆਵਾਜ਼ ਉਠਾ ਰਿਹਾ ਲੋਕਾਂ ਦੀ, ਮਾਈਨਿੰਗ ਮਾਫੀਆ ਨੂੰ ਨੰਗਾ ਕਰ ਰਿਹਾ, ਉਹਦੇ ਤੇ ਪਰਚਾ ਦਰਜ ਕਰਤਾ ਐਫਆਈਆਰ। ਕੀ ਇਹ ਇਨਸਾਫ ਪਸੰਦੀ ਦਾ ਰਾਜ ਹੈਗਾ ਜੀ?
ਉਹ ਗੁੰਡਾ ਟੈਕਸ ਮੈਂ ਕਹਿਣਾ ਚਾਹੁੰਦਾ ਵਾਂ ਜਿਹੜਾ ਪਹਿਲਾਂ ਚੱਲਦਾ ਸੀ, ਪਿਛਲੇ ਸਰਕਾਰਾਂ ਚੱਲਦਾ ਸੀਗਾ, ਉਹ ਗੁੰਡਾ ਟੈਕਸ ਦੁਬਾਰਾ ਲਾਗੂ ਹੋਣਾ ਸ਼ੁਰੂ ਹੋ ਗਿਆ। ਆਨੰਦਪੁਰ, ਰੋਪੜ, ਆਨੰਦਪੁਰ ਸਾਰੇ ਜ਼ਿਲ੍ਹੇ 'ਚ, ਹੁਸ਼ਿਆਰਪੁਰ ਤੇ ਪਠਾਨਕੋਟ ਇਹ ਮੋਡਸ ਆਪਰੈਂਡੀ ਇਹ ਆ ਕਿ ਜਿਹੜੇ ਕ੍ਰਸ਼ਰ ਵਾਲੇ ਨੇ ਨਾ, ਇੱਕ ਇੰਟਰਸਟਿੰਗ ਫੈਕਟ ਤੁਹਾਨੂੰ ਦੱਸ ਕੇ ਫਿਰ ਮੈਂ ਖਤਮ ਕਰ ਦਿੰਦਾ। ਜਿਹੜੇ ਕ੍ਰਸ਼ਰਸ ਵਾਲੇ ਨੇ ਨਾ, ਇਹਨਾਂ ਦਾ ਸੋਰਸ ਜਿਹੜਾ ਵਾ ਨਾ ਕ੍ਰਸ਼ਿੰਗ ਦਾ ਤੇ ਕੰਸਟਰਕਸ਼ਨ ਮਟੀਰੀਅਲ ਦਾ, ਉਹ ਸਿਰਫ ਤੇ ਸਿਰਫ ਜਿਹੜਾ ਕਲਸਟਰ ਹੋਲਡਰ ਆ ਮਾਈਨਿੰਗ, ਜਿਹਦੇ ਕੋਲ ਮਾਈਨਿੰਗ ਦਾ ਸਾਈਟ ਅਲਾਟ ਹੋਈ ਸਰਕਾਰ ਦੀ, ਇਹ ਉਹਦੇ ਤੋਂ ਮਾਲ ਲੈ ਸਕਦਾ ਸਿਰਫ, ਇਹ ਕਿਸੇ ਹੋਰ ਤੋਂ ਮਾਲ ਨਹੀਂ ਲੈ ਸਕਦਾ ਕ੍ਰਸ਼ਰ ਵਾਲਾ। ਵੀ ਕੈਨ ਨਾਟ ਜਸਟ ਰੈਂਡਮਲੀ ਗੋ ਕਿ ਇਧਰੋਂ ਪੁੱਟ ਲਿਆ ਦਰਿਆ 'ਚੋਂ, ਇਧਰੋਂ ਪੁੱਟ ਲਿਆ ਸੀ ਰੇਤਾ ਬਜਰੀ ਤੇ ਜਿਹੜਾ ਪੱਥਰ ਹੁੰਦਾ ਵਾ। ਇਹਨਾਂ ਨੇ ਸਿਰਫ ਉਹਨਾਂ ਤੋਂ ਲੈਣਾ ਜਿਹੜੇ, ਜਿੱਦਾਂ ਪੰਜਾਬ ਵਿੱਚ ਪਤਾ ਨਹੀਂ 9 ਕਲਸਟਰ ਸੀਗੇ, ਜਿਹਦੇ 'ਚ ਰਾਕੇਸ਼ ਚੌਧਰੀ ਜੰਮੂ ਦਾ ਉਹੀ ਠੇਕੇਦਾਰ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਵੇਲੇ ਇਲਜ਼ਾਮ ਲਾਉਂਦੇ ਸੀ, ਉਹੀ ਬੰਦਾ ਵਾ। ਉਹਦੀ ਪਹਿਲਾਂ ਸਸਪੈਂਡ ਕੀਤਾ ਆਪਰੇਸ਼ਨ ਥੋੜੀ ਦੇਰ ਵਾਸਤੇ, ਹੁਣ ਰਾਕੇਸ਼ ਚੌਧਰੀ ਦੇ ਆਪਰੇਸ਼ਨ ਦੁਬਾਰਾ ਬਹਾਲ ਕਰਤੇ ਸਾਰੇ ਰੋਪੜ, ਤੇ ਇਹਦੇ ਨਾਲ ਹੋਰ ਵੀ ਜਿਹੜਾ ਗੈਂਗ ਹੈਗਾ ਸਾਰਾ ਉਹ ਇਹਨਾਂ ਦੇ ਕੋਲ ਹੀ ਆ। ਕ੍ਰਸ਼ਰ ਵਾਲਿਆਂ ਨੇ ਕਿਉਂਕਿ ਸੋਰਸ ਤੋਂ ਮਟੀਰੀਅਲ ਲੈਣਾ ਹੁੰਦਾ, ਉਹਨਾਂ ਤੇ ਸਰਕਾਰ ਦਾ ਡਾਇਰੈਕਟਲੀ ਦਬਾਅ ਹੁੰਦਾ ਵਾ, ਤੇ ਸਰਕਾਰ ਉਹਨਾਂ ਦਾ ਜਦੋਂ ਮਰਜ਼ੀ ਫੜ ਕੇ ਚਲਾਨ ਕਰ ਸਕਦੀ ਆ। ਤੇ ਹੋਇਆ ਕੀ ਆ ਹੁਣ ਲੇਟੈਸਟ ਕਿ ਸ਼ਾਇਦ 450 ਕ੍ਰਸ਼ਰ ਆ ਪੰਜਾਬ ਦੇ ਵਿੱਚ, ਇਹਦੇ ਚੋਂ ਘੱਟੋ ਘੱਟ ਨਹੀਂ ਤਾਂ 90% ਕ੍ਰਸ਼ਰਸ ਨੂੰ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ PPCB ਉਹਨਾਂ ਨੇ ਇਹਨਾਂ ਸਾਰਿਆਂ ਨੂੰ ਨੋਟਿਸ ਕੱਢ ਕੇ ਇਹਨਾਂ ਦੀਆਂ ਜਿਹੜੀਆਂ ਅਪਰੂਵਲ ਸੀ ਨਾ ਪੋਲਿਊਸ਼ਨ ਕੰਟਰੋਲ ਦੀਆਂ, ਸਾਰੀਆਂ ਰੱਦ ਕਰਤੀਆਂ। ਤੇ ਕਿਉਂਕਿ ਤੁਸੀਂ ਪਹਿਲਾਂ ਸਾਨੂੰ ਦੱਸੋ ਕਿ ਤੁਸੀਂ ਸੋਰਸ ਤੋਂ ਲੈ ਰਹੇ ਹੋ ਮਟੀਰੀਅਲ, ਹੁਣ ਸੋਰਸ ਤੇ ਲੈਣ ਵਾਸਤੇ ਰਾਕੇਸ਼ ਚੌਧਰੀ ਕੋ ਸਾਰਿਆਂ ਨੂੰ ਜਾਣਾ ਪਿਆ ਕਿ ਭਾਈ ਸਾਹਿਬ ਸਾਨੂੰ ਤੁਸੀਂ ਇੱਕ ਸਰਟੀਫਿਕੇਟ ਦੇ ਦਿਓ ਕਿ ਮਾਲ ਤੁਹਾਡੇ ਤੋਂ ਲੈ ਰਹੇ ਆ। ਰਾਕੇਸ਼ ਚੌਧਰੀ ਨੇ ਕਿਹਾ ਤੁਹਾਨੂੰ ਦੇ ਦਿੰਦੇ ਆ, ਪਰ ਅਨਆਫੀਸ਼ੀਅਲੀ ਹਰ ਕ੍ਰਸ਼ਰ ਵਾਲੇ ਤੋਂ ਕਿਸੇ ਤੋਂ 5 ਲੱਖ, ਕਿਸੇ ਤੋਂ 8 ਲੱਖ, ਕਿਸੇ ਤੋਂ 10 ਲੱਖ ਲਿਆ ਜਾ ਰਿਹਾ ਸਾਰੇ ਪੰਜਾਬ ਦੇ ਕ੍ਰਸ਼ਰ ਵਾਲਿਆਂ ਤੋਂ। ਤੇ ਫਿਰ ਉਹਨਾਂ ਨੂੰ ਉਹ ਕਿਆ ਇੱਕ ਸਰਟੀਫਿਕੇਟ ਲਿਖ ਕੇ ਦਿੰਦਾ, ਯੈਸ ਇਹ ਕ੍ਰਸ਼ਰ ਜਿਹੜਾ ਵਾ ਇਹ ਮਟੀਰੀਅਲ ਕੰਸਟਰਕਸ਼ਨ ਦਾ ਕ੍ਰਸ਼ਿੰਗ ਵਾਸਤੇ ਸਾਡੇ ਸੋਰਸ ਤੋਂ ਖਰੀਦਿਆ ਜਾ ਰਿਹਾ ਵਾ। ਦਿਸ ਇਜ਼ ਦਾ ਮਾਫੀਆ ਜਿਹੜਾ ਹੁਣ ਦੁਬਾਰਾ ਰੀਇੰਟਰੋਡਿਊਸ ਕਹਿ ਰਿਹਾ, ਮੈਂ ਇੰਟਰੋਡਿਊਸ ਨਹੀਂ ਕਹਿ ਰਿਹਾ, ਰੀਇੰਟਰੋਡਿਊਸ ਦੁਬਾਰਾ ਹੋ ਗਿਆ। ਐਂਡ ਗੁੰਡਾ ਟੈਕਸ ਇਜ਼ ਵੈਰੀ ਮਚ ਪ੍ਰੈਵਲੈਂਟ ਇਨ ਪੰਜਾਬ। ਜੇ ਰਾਕੇਸ਼ ਚੌਧਰੀ ਦੀ ਖੱਡ ਸਸਪੈਂਡ ਕੀਤੀ ਸੀ, ਉਹਦੇ 'ਚ ਇੰਨੀ ਸ਼ਕਤੀ ਨਹੀਂ ਸੀ ਕਿ 90% ਪੰਜਾਬ ਦੇ ਕ੍ਰਸ਼ਰ ਹੋਲਡਰਸ ਨੂੰ ਜਿਹੜੀਆਂ ਪੋਲਿਊਸ਼ਨ ਕੰਟਰੋਲ ਦੀਆਂ ਅਪਰੂਵਲਸ ਆ ਉਹ ਇੱਕੋ ਦਿਨ 'ਚ ਰੱਦ ਕਰਾ ਦੇਵੇ। ਤੁਸੀਂ ਆਪ ਪਲੀਜ਼ ਫਾਈਂਡ ਆਊਟ ਫਰੋਮ ਪੋਲਿਊਸ਼ਨ ਕੰਟਰੋਲ ਬੋਰਡ ਕਿ ਤੁਸੀਂ ਕਿੰਨੇ ਕ੍ਰਸ਼ਰਸ ਨੂੰ ਨੋਟਿਸ ਦਿੱਤੇ ਨੇ ਕਿ ਤੁਹਾਡੀਆਂ ਪੋਲਿਊਸ਼ਨ ਦੀਆਂ ਜਿਹੜੀਆਂ NOCs ਨੇ ਰੱਦ ਕਰ ਦਿੱਤੇ ਨੇ। ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਵਾਟ ਹੈਜ਼ ਹੈਪਨਡ। ਉਹਨਾਂ ਸਾਰਿਆਂ ਦੀਆਂ ਮੁੜ ਕੇ ਪੋਲਿਊਸ਼ਨ, ਜਦੋਂ ਰਾਕੇਸ਼ ਚੌਧਰੀ ਪੈਸੇ ਲੈ ਲੈਂਦਾ ਗੁੰਡਾ ਟੈਕਸ, ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਗੁੰਡਾ ਟੈਕਸ ਅੱਗੇ ਕਿੱਥੇ ਜਾਂਦਾ, ਮੇਰੇ ਤੋਂ ਨਾ ਖਵਾਓ ਕਿਉਂਕਿ ਫਿਰ ਬਹੁਤ ਕਲਪਣਗੇ ਸਾਰੇ ਇਹ। ਉਹ ਗੁੰਡਾ ਟੈਕਸ ਕਿੱਥੇ ਜਾਂਦਾ ਵਾ, ਉਹ ਸਿੰਗਲਾ ਸਾਹਿਬ ਵਰਗੇ ਕਿਸੇ ਕੋ ਜਾਂਦਾ ਵਾ। ਤੇ ਹੁਣ ਮਾਨ ਸਾਹਿਬ ਕੋ ਜੇ ਹਿੰਮਤ ਹੈਗੀ ਤੇ ਇਹ ਵੀ ਇਨਕੁਆਇਰੀ ਕਰਾ ਲੈਣ ਚੰਗੀ ਤਰ੍ਹਾਂ ਨਾਲ, ਕਿਉਂਕਿ ਇੰਨੇ ਵੱਡੇ ਪੱਧਰ ਤੇ ਜਦੋਂ ਪੋਲਿਊਸ਼ਨ ਕਲੀਅਰੈਂਸਿਸ ਇੱਕੋ ਦਮ ਚ ਰੱਦ ਹੁੰਦੀਆਂ ਤੇ ਫਿਰ ਇੱਕੋ ਦਮ ਬਹਾਲ ਹੁੰਦੀਆਂ, ਇਹਦਾ ਮਤਲਬ ਹੈ ਕਿ ਉਧਰਲੇ ਪਾਸੇ ਗੁੰਡਾ ਟੈਕਸ ਦੀ ਅਦਾਇਗੀ ਹੋ ਚੁੱਕੀ ਤੇ ਪਰਚੀਆਂ ਸਾਹਮਣੇ ਪਬਲਿਕ ਡੋਮੇਨ 'ਚ ਆ ਚੁੱਕੀਆਂ ਨੇ। Pardon? No, I wouldn't call tip of the iceberg. ਮੈਂ कहता कि ਉਹਨਾਂ ਨੇ ਜਿਹੜਾ ਕਾਰਵਾਈ ਕੀਤੀ ਅਸੀਂ ਉਹਦਾ ਸਵਾਗਤ ਕੀਤਾ ਵਾ। ਮੈਂ ਮੁਦਈ ਹਾਂ ਕਿ irrespective of party affiliations, ਭਾਵੇਂ ਕੋਈ ਅਕਾਲੀ ਆ, ਭਾਵੇਂ ਕੋਈ ਆਮ ਆਦਮੀ, ਭਾਵੇਂ ਕੋਈ ਕਮਿਊਨਿਸਟ, ਭਾਵੇਂ ਕੋਈ ਕਾਂਗਰਸ, ਜਿਹਨਾਂ ਲੋਕਾਂ ਨੇ ਕਰਪਸ਼ਨ ਕੀਤੀ ਸਾਰੇ ਫੜ ਕੇ ਅੰਦਰ ਦੇਣੇ ਚਾਹੀਦੇ। Everybody should be brought to justice because Punjab just cannot afford this kind of corruption in today's life, ਜਿੱਥੇ 3 ਲੱਖ ਕਰੋੜ ਰੁਪਏ ਦਾ ਕਰਜ਼ਾ। ਸ਼ਾਮ ਵੇਲੇ ਜਦੋਂ ਵਿਜੇ ਸਿੰਗਲਾ ਮੀਡੀਆ ਸਾਹਮਣੇ ਆਉਂਦੇ ਨੇ ਉਹ ਕਹਿੰਦੇ ਨੇ ਕਿ ਇਹ ਸਾਜ਼ਿਸ਼ ਹੈ, ਮੇਰੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਤਾਂ ਆਪ ਨਹੀਂ ਸਮਝ ਆ ਵੀ ਸਾਜ਼ਿਸ਼ ਕਿੱਦਾਂ ਹੋਈ, ਆਪ ਹੀ ਫੜਿਆ ਗਿਆ ਤੇ ਉਹ ਆਪ ਕਿੱਦਾਂ ਕਹਿ ਰਿਹਾ ਕਿ ਪਾਰਟੀ ਦੇ ਖਿਲਾਫ, ਉਸੇ ਪਾਰਟੀ ਨੇ ਇਹਨੂੰ ਫੜ ਕੇ ਅੰਦਰ ਦਿੱਤਾ ਵਾ। ਉਸ ਕਹਿੰਦਾ ਸਰਕਾਰ ਦੇ ਖਿਲਾਫ ਸਾਜ਼ਿਸ਼, ਉਸੇ ਸਰਕਾਰ ਨੇ ਤਾਂ ਫੜ ਕੇ ਦਿੱਤਾ। ਸਾਜ਼ਿਸ਼ ਦੀ ਥਿਊਰੀ ਤਾਂ ਉਹ ਦੱਸੋ। ਇੱਕ ਗੱਲ ਰਹਿ ਚੱਲੀ ਸੀ ਕਿਤੇ, ਇੰਟਰਸਟਿੰਗ ਗੱਲ ਸੀ, ਇੱਕ ਨਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਬਿਹਾਈਂਡ ਦ ਸੀਨ 2 ਮੈਂਬਰ ਦੀ ਟੀਮ ਡਿਪਿਊਟ ਕੀਤੀ ਗਈ ਆ। ਵਿਜੇ ਨਾਇਰ, ਕਈਆਂ ਨੇ ਲਾਈਵ ਨਾ ਬੰਦ ਕਰ ਦਿਓ ਹੁਣ ਜ਼ਰਾ, ਇੱਕ ਦੀਪਕ ਬਾਲੀ, ਇਹ 2 ਬੰਦਿਆਂ ਨੂੰ 50 ਨੰਬਰ ਕੋਠੀ ਸੈਕਟਰ 2 ਜਿਹੜਾ ਚੀਫ ਮਿਨਿਸਟਰ ਦਾ ਪੂਲ ਆ, ਉਹ ਕੋਠੀ ਵਿੱਚ ਅਨਅਧਿਕਾਰਿਤ ਤੌਰ ਤੇ ਬਿਠਾਇਆ ਗਿਆ। ਰਾਘਵ ਚੱਡਾ ਦੀ ਟੀਮ ਹੈਗੀ ਆ, ਦਿੱਲੀ ਦੇ ਬੰਦੇ ਨੇ, ਔਰ ਇਹਨਾਂ ਦਾ ਕੰਮ ਹੈਗਾ ਟੂ ਫਾਈਂਡ ਕਿ ਲਿਊਕਰੇਟਿਵ ਬਿਜ਼ਨਸ ਹਾਊਸਿਸ ਕਿਹੜੇ ਪੰਜਾਬ ਦੇ ਵਿੱਚ, ਵੱਡੇ ਆਦਮੀ ਜਿਨ੍ਹਾਂ ਦੀ 500-700 1000 2000 ਕਰੋੜ ਰੁਪਈਆ ਕਮਾਈ ਆ ਸਾਲ ਦੀ, ਇਹ ਉਹਨਾਂ ਨੂੰ ਟੈਪ ਕਰ ਰਹੇ ਨੇ for the purpose of extortion. I have one
and 2 or 3 or 4 or 5 horse's mouth evidence ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਆਉਂਦੇ ਨੇ, ਸਾਨੂੰ ਕਹਿੰਦੇ ਜੀ ਤੁਹਾਡਾ ਪਤਾ ਲੱਗਿਆ ਕਿ ਤੁਹਾਡੇ ਵਪਾਰ ਦਾ 1000 ਕਰੋੜ ਰੁਪਏ ਦਾ ਬਿਜ਼ਨਸ ਆ ਸਾਲ ਦਾ, ਸਾਡਾ ਹਿੱਸਾ ਦੱਸੋ ਕੀ ਦਿਓਗੇ ਇਹਦੇ ਵਿੱਚੋਂ। ਔਰ ਕਿਸੇ ਆਪਣੇ ਇੱਕ ਫੇਵਰੇਟ ਪਲੇਅਰ ਨੂੰ ਫੇਵਰ ਕਰਨ ਲਈ ਕੇਬਲ ਨੈਟਵਰਕ ਵਿੱਚ ਇਹਨਾਂ ਦਾ ਇੱਕ ਫੇਵਰੇਟ ਪਲੇਅਰ ਬਣਿਆ, ਸਾਡੇ ਮਿੱਤਰ ਹੀ ਨੇ, ਜਾਣਦੇ ਹੁੰਦੇ ਸਾਰੇ ਦੋਸਤ ਨੇ ਜਲੰਧਰ ਦੇ, ਉਹਨਾਂ ਨੂੰ ਫੇਵਰ ਕਰਨ ਵਾਸਤੇ ਬਾਕੀ ਸਾਰਿਆਂ ਦੀ ਆਮ ਟਵਿਸਟਿੰਗ ਚੱਲ ਰਹੀ ਹੈ। ਦਿਸ ਇਜ਼ ਕਾਲਡ ਐਕਸਟੋਰਸ਼ਨ। ਇਹਨੂੰ ਕੀ ਹਿੰਦੀ 'ਚ ਕੀ ਕਹਿੰਦੇ ਹੁੰਦੇ ਜੀ ਐਕਸਟੋਰਸ਼ਨ ਨੂੰ, ਦੱਸਿਓ ਜ਼ਰਾ। ਉਗਾਹੀ ਨਹੀਂ, ਸੌਰੀ ਆਪਣਾ ਸੁਪਾਰੀ ਕੁਛ ਹੁੰਦਾ ਪੰਜਾਬੀ 'ਚ ਕੀ ਕਹਿੰਦੇ ਮੈਨੂੰ ਉਹ ਵੀ ਨਹੀਂ ਯਾਦ ਆ ਰਿਹਾ। ਐਕਸਟੋਰਸ਼ਨ ਪੱਕਾ, ਹਾਂ, ਹਫਤਾ ਲੈਣਾ, ਵੱਡੀ ਤਾਂ ਕਰਪਸ਼ਨ ਹੁੰਦੀ। ਐਕਸਟੋਰਸ਼ਨ ਮੇਰੀ ਕਿ ਭਗਵੰਤ ਮਾਨ ਨੂੰ ਬੇਨਤੀ ਕਿ ਸਿੰਸ ਤੁਸੀਂ ਏਡਾ ਵੱਡਾ ਐਕਸ਼ਨ ਲੈ ਰਹੇ ਹੋ, ਇੱਕ ਏਡਾ ਵੱਡਾ ਐਕਸ਼ਨ ਲੈਣ ਤੋਂ ਬਾਅਦ ਜੇ ਤੁਹਾਡੇ ਨੱਕ ਦੇ ਥੱਲੇ ਤੁਹਾਡੇ 2 ਸੈਕਟਰ ਦੇ ਪੂਲ ਵਿੱਚ 2 ਬੰਦੇ ਬੈਠ ਕੇ ਤੇ ਪੰਜਾਬ ਦੇ ਲੋਕਾਂ ਦੀ ਆਮ ਟਵਿਸਟਿੰਗ ਕਰ ਰਹੇ ਨੇ, ਤੇ ਫਿਰ ਮੈਂ ਸਮਝਦਾ ਕਿ ਬੜੀ ਮਾੜੀ ਗੱਲ ਹੈ। ਦੈਟ ਮੀਨਸ ਦਿਸ ਇਜ਼ ਜਸਟ this entire episode of Singla was just to divert the attention of the people from the burning issues of the state, ਕਿਉਂਕਿ ਹੁਣ ਕੁਝ ਦਿਨ ਲੋਕਾਂ ਨੇ ਸਿੰਗਲਾ ਤੇ ਵਾਹ ਕਰਨੀ ਆ, ਤੇ ਜਿਹੜੇ ਪਟਵਾਰੀ ਰੱਖੇ 1800 ਬਜ਼ੁਰਗ ਜਿਨ੍ਹਾਂ ਨੌਜਵਾਨਾਂ ਨੂੰ ਨੌਕਰੀ ਮਿਲੀ ਉਹਦੀ ਵੀ ਗੱਲ ਨਹੀਂ ਹੋਣੀ। ਅੱਜ ਹੀ 4-5 ਮੌਤਾਂ ਨਸ਼ੇ ਨਾਲ ਹੋਈਆਂ, ਉਹਦੀ ਕੋਈ ਗੱਲ ਨਹੀਂ ਹੋਣੀ। ਅੱਜ ਹੀ ਰੋਜ਼ ਆਉਂਦਾ ਕਿ ਕਿਸਾਨ ਆਤਮ ਹੱਤਿਆ ਕਰ ਰਹੇ, ਉਹਦੀ ਗੱਲ ਨਹੀਂ ਹੋਣੀ। ਜਿਹੜੇ ਸਾਡੇ ਟੀਚਰ ਜਿਹੜੇ PTIs, ਜਿਹੜੇ ਆਤਮਾ ਵਰਕਰਸ ਧਰਨਿਆਂ ਤੇ ਬੈਠੇ ਨੇ, ਉਹਨਾਂ ਦੀ ਗੱਲ ਨਹੀਂ ਹੋਣੀ। ਇਹ ਸਾਰੀਆਂ ਗੱਲਾਂ ਛੁਪ ਜਾਣੀਆਂ, ਤੇ ਕਿਤੇ ਨਾ ਕਿਤੇ ਸ਼ਾਇਦ ਰਾਜ ਸਭਾ ਦੇ ਮੈਂਬਰਾਂ ਤੇ ਵੀ ਪਰਦਾ ਪੈ ਗਿਆ ਥੋੜੀ ਦੇਰ ਵਾਸਤੇ। ਪੈਣਾ ਨਹੀਂਗਾ ਪੱਕੇ ਤੌਰ ਤੇ, ਕਿਉਂਕਿ ਉਹ ਜਿਹੜੇ 2 ਬੰਦੇ ਨੇ, ਭਗਵੰਤ ਮਾਨ ਨੂੰ ਮੇਰੀ ਬੇਨਤੀ ਆ ਕਿ ਜਿਹੜੇ 5 ਚੋਂ 2 ਬਣਾਏ ਆ, ਲਵਲੀ ਯੂਨੀਵਰਸਿਟੀ ਵਾਲਾ ਇੱਕ ਵਪਾਰੀ, ਇੱਕ ਸਨੀ ਅਰੋੜਾ ਜਿਹੜਾ ਪ੍ਰੋਪਰਟੀ ਡੀਲਰ ਹੈ ਦਿੱਲੀ ਦਾ, ਇਹਨਾਂ ਦੀ ਵੀ ਜਾਂਚ ਕਰਾਓ। ਦਿਸ ਇਜ਼ ਕੰਸੈਂਸ਼ੂਅਲ ਕਰਪਸ਼ਨ ਬਾਏ ਦੀ ਆਮ ਆਦਮੀ ਪਾਰਟੀ, ਕਿਉਂਕਿ ਲੋਕਾਂ 'ਚ ਆਮ ਹਰ ਇੱਕ ਬੱਚੇ ਦੀ ਜ਼ੁਬਾਨ ਹੈ ਕਿ ਇਹ ਬੰਦਿਆਂ ਦਾ ਆਮ ਆਦਮੀ ਪਾਰਟੀ ਨਾਲ, ਪੰਜਾਬ ਨਾਲ ਕੋਈ ਸਰੋਕਾਰ ਨਹੀਂ ਸੀ। ਕਿਸੇ ਮੁੱਦੇ ਤੇ ਨਾ ਪਹਿਲਾਂ ਬੋਲੇ ਆ, ਤੇ ਨਾ ਰਾਜ ਸਭਾ ਵਿੱਚ ਬਣ ਕੇ ਕਦੀ ਹੁਣ ਬੋਲੇ ਨੇ, ਤੇ ਨਾ ਕਦੀ ਗਾਂ ਬੋਲਣਾ ਵਾ। ਤੇ ਇਹਨਾਂ ਨੂੰ ਰਾਜ ਸਭਾ ਮੈਂਬਰ ਕਿਉਂ ਬਣਾਇਆ ਜੀ? ਲੋਕਾਂ 'ਚ ਇੱਕ ਖੁੰਡ ਚਰਚਾ ਵਾ, ਉਹ ਕਹਿੰਦੇ ਨੇ ਆਵਾਜ਼ੇ ਖਲਕਤ ਨਗਾਰਾ ਏ ਖੁਦਾ। 25-25 ਕਰੋੜ ਰੁਪਈਆ ਇਹਨਾਂ ਦੋਨਾਂ ਤੋਂ ਲਿਆ ਵਾ ਕੇਜਰੀਵਾਲ ਸਾਹਿਬ ਨੇ, ਪਹਿਲਾਂ 2 ਗੁਪਤਿਆਂ ਤੋਂ ਵੀ ਲਏ ਹੋਏ ਨੇ ਪੈਸੇ। ਉਹਦੀ ਜਾਂਚ ਕਰਾਊਗੇ ਕੋਈ ਕਰਪਸ਼ਨ ਦੀ? ਕਿ ਇਜ਼ ਇਟ ਗੋਇੰਗ ਟੂ ਬੀ ਲਾਈਕ ਜਿੱਥੇ ਸਾਡਾ ਦਿਲ ਕਰਦਾ ਅਸੀਂ ਆ ਫੜ ਕੇ ਇੱਕ ਬੱਕਰਾ ਬਣਾ ਕੇ ਝਟਕਾ ਕੇ ਤੇ ਮੀਡੀਆ ਨੂੰ ਦੱਸਤਾ ਤੇ ਲਾਲਾ ਚੱਲਦੀ ਰਹੂ 2-4 ਦਿਨ? ਇਹ 2 ਮੈਂਬਰਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਇਹਨਾਂ ਤੋਂ ਪੱਕਾ ਆਦਾਨ ਪ੍ਰਦਾਨ ਹੋਇਆ, ਐਂਡ ਦਿਸ ਇਜ਼ ਕਨਸੈਂਸ਼ੂਅਲ ਕਰਪਸ਼ਨ। ਸਹਿਮਤੀ ਨਾਲ ਦਿੱਤੇ ਹੋਏ ਪੈਸੇ ਆਏ ਗਏ ਨੇ। ਇਹ ਕਹਿਣਗੇ ਹੁਣ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ, ਸ਼ਿਕਾਇਤ ਮੇਰੀ ਲੈ ਲੈਣ, ਮੈਂ ਲਿਖ ਕੇ ਦੇ ਦਿੰਦਾ ਵਾਂ, ਮੇਰੇ ਵੱਲੋਂ ਸ਼ਿਕਾਇਤ ਕਰਕੇ ਇਹਨਾਂ ਦੀ ਜਾਂਚ ਕੀਤੀ ਜਾਵੇ। ਗਈ ਵੀ ਹੋਈ ਹੈ ਜੀ ਸ਼ਿਕਾਇਤ ਗਈ ਵੀ ਹੋਈ ਹੈ। ਕਹਿੰਦੇ ਮੈਂ ਜਦੋਂ ਕਰਪਸ਼ਨ ਵਾਲਾ ਨੰਬਰ ਲਾਂਚ ਕੀਤਾ ਸੀ ਨਾ, ਪਹਿਲੀ ਸ਼ਿਕਾਇਤ ਇਹੀ ਦਿੱਤੀ ਸੀਗੀ ਵੀ ਪੂਰਾ ਪੰਜਾਬ ਪੁੱਛਣਾ ਚਾਹੁੰਦਾ ਵੀ ਇਹ 2 ਜਣਿਆਂ ਨੂੰ ਤੁਸੀਂ ਰਾਜ ਸਭਾ ਕਿਵੇਂ ਦੇਈ, ਇਹਦੇ ਵਿੱਚ ਕਿਤੇ ਆਦਾਨ ਪ੍ਰਦਾਨ ਹੋਇਆ ਦੀ ਜਾਂਚ ਕੀਤੀ ਜਾਵੇ। ਦੋਨੋਂ ਗੁਨਾਹ ਨੇ, ਫੜਨੇ ਤਾਂ ਦੋਨੋਂ ਚਾਹੀਦੇ ਨੇ, ਫੜਦੇ ਲੈਣ ਵਾਲੇ ਨੂੰ। ਇੱਕ ਤੁਹਾਡੇ ਸਾਥੀ ਹੈਗੇ ਹੈ, ਤੁਹਾਡੀ ਪਾਰਟੀ ਦੇ ਵਿਧਾਇਕ ਹੈਗੇ ਹੈ ਸੰਦੀਪ ਜਾਖੜ, ਉਹ ਕਹਿ ਰਹੇ ਹੈ ਕਿ ਜੇਕਰ ਸਾਡੀ ਸਰਕਾਰ ਵੇਲੇ ਅਗਰ ਭ੍ਰਿਸ਼ਟਾਚਾਰ ਦੇ ਉੱਤੇ ਕੁਝ ਕੰਟਰੋਲ ਕੀਤਾ ਹੁੰਦਾ ਤਾਂ ਅਸੀਂ 78 ਤੋਂ 18 ਤੇ ਨਾ। ਮੈਂ ਤਾਂ ਖੁਦ ਵੀ ਕਹਿ ਰਿਹਾ ਵਾਂ ਕਿ ਕੈਪਟਨ ਅਮਰਿੰਦਰ ਸਿੰਘ ਵਾਸਤੇ ਬੜੀ ਵੱਡੀ ਨਸੀਹਤ ਹੈ ਇਹ। ਉਹ ਦਾਗੀ ਮੰਤਰੀਆਂ ਨੂੰ ਬਚਾਉਂਦੇ ਆਪ ਰੁੜ ਗਏ ਨੇ। ਜੇ ਇਹੀ ਕੰਮ, ਉਹਨਾਂ ਦੇ ਕੋਲ ਤਾਂ ਬਹੁਤ ਪੁਖਤਾ ਸਬੂਤ ਸੀਗੇ। ਤੁਹਾਨੂੰ ਯਾਦ ਆ ਉਹ ਜਦੋਂ ਇੱਕ ਮਾਈਨਿੰਗ ਮਾਫੀਆ ਮਿਨਿਸਟਰ ਨੂੰ 10 ਮਹੀਨੇ ਲੜਾਈ ਲੜਨੀ ਪਈ, ਫਿਰ ਜਾ ਕੇ ਬੜੀ ਮੁਸ਼ਕਲ ਨਾਲ ਕੱਢਿਆ, ਔਰ ਹੋਰ ਮਿਨਿਸਟਰਸ ਦੇ ਖਿਲਾਫ ਇਲਜ਼ਾਮ ਲੱਗੇ, ਤੇ ਕਾਂਗਰਸ ਨੇ ਗਲਤੀ ਕੀਤੀ ਬਹੁਤ ਵੱਡੀ ਜਦੋਂ ਉਸ ਨੂੰ ਦੁਬਾਰਾ ਰੀਇੰਡਕਟ ਕੀਤਾ ਤੇ ਟੈਂਟਡ ਮਿਨਿਸਟਰਸ ਨੂੰ ਦੁਬਾਰਾ ਨੋਮੀਨੇਟ ਕੀਤਾ। ਉਹਦਾ ਹਸ਼ਰ ਇਹ ਹੋਇਆ। ਸੋ ਦੇਅਰਫੋਰ ਅਗਰ ਚੀਫ ਮਿਨਿਸਟਰ ਇਹ ਸਮਝਦਾ ਕਿ ਮੈਂ ਪਾਰਟੀ ਨੂੰ ਬਚਾ ਰਿਹਾ, ਮਜ਼ਬੂਤ ਕਰ ਰਿਹਾ, ਦੇ ਆਰ ਰੋਂਗ। ਅਗਰ ਤੁਸੀਂ ਕਰਪਟ ਬੰਦਿਆਂ ਦੇ ਖਿਲਾਫ ਕੀ ਕਹਿੰਦੇ ਹੁੰਦੇ ਆ ਕਿ ਐਗਜ਼ੈਂਪਲਰੀ ਐਕਸ਼ਨ ਲਵੋਗੇ, ਇਟ ਆਲਵੇਜ਼ ਹੈਲਪਸ ਦ ਪਾਰਟੀ ਟੂ ਗਰੋ ਐਂਡ ਇਟ ਮੇਕਸ ਦ ਗਵਰਨਮੈਂਟ ਸਟਰੋਂਗਰ ਇਨ ਦ। ਹਾਂਜੀ, ਨਹੀਂ ਉਹਨਾਂ ਨੇ ਥੋੜ੍ਹਾ ਕਰਨੀ ਸੀ ਜੀ, ਚੀਫ ਮਿਨਿਸਟਰ ਤਾਂ ਇਹ ਸੀਗੇ ਨਾ ਜੀ। ਇਹ ਤਾਂ ਐਵੇਂ ਕਿਸੇ ਦੇ ਮੋਢੇ ਤੇ ਬੰਦੂਕ ਰੱਖਣ ਵਾਲੀ ਗੱਲ ਹੈਗੀ ਆ। ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ। ਮੈਂ ਤਾਂ ਤੁਹਾਨੂੰ ਆਪਣਾ ਪੱਖ ਦੱਸਿਆ ਕਿ ਜੇ ਕਾਂਗਰਸ ਵੀ ਭ੍ਰਿਸ਼ਟਾਚਾਰ ਤੇ ਸੀਰੀਅਸਲੀ ਆਪਣੇ ਮਿਨਿਸਟਰਸ ਨੂੰ ਐਕਸ ਕਰਦੀ
ਤੇ ਸਾਫ਼ ਬੰਦਿਆਂ ਨੂੰ ਮੂਹਰੇ ਲੈ ਕੇ ਆਉਂਦੀ ਤੇ ਅੱਜ ਸ਼ਾਇਦ ਆਪੋਜੀਸ਼ਨ ਵਾਲੇ ਆਹ ਦਿਨ ਜਿਹੜੇ ਕਾਂਗਰਸ ਨੂੰ ਨਾ ਦੇਖਣੇ ਪੈਂਦੇ। ਹੱਲੇ ਵੀ ਸਮਾਂ ਵਾ, ਹੱਲੇ ਵੀ ਦੇ ਨੀਡ ਟੂ ਲਰਨ, ਦੇ ਹੈਵ ਟੂ ਇੰਪਰੂਵ देयर ਇੰਟਾਇਰ ਸਿਸਟਮ ਆਫ ਥਿੰਕਿੰਗ ਕਿ ਉਹ ਯੁੱਗ ਪੁਰਾਣਾ ਚਲੇ ਗਿਆ ਵਾ। ਇੱਕ ਨਾ ਬਾਰ ਹੈਜ਼ ਬੀਨ ਸੈਟ ਨਾ, ਈਵਨ ਇਹ ਭਗਵੰਤ ਮਾਨ ਵਾਸਤੇ ਵੀ ਬਾਰ ਆ ਹੁਣ ਇਹ, ਕਿ ਇੱਕ ਆਡੀਓ ਰਿਕਾਰਡਿੰਗ ਤੇ ਮਿਨਿਸਟਰ ਨੂੰ ਹੁਣ ਲਾਇਆ ਗਿਆ ਵਾ ਤੇ ਕੱਲ ਨੂੰ ਜੇ ਕਿਸੇ ਨੇ ਵੀਡੀਓ ਦਿਖਾਤੀ ਤੇ ਫਿਰ ਕਹਿਣ ਨਹੀਂ ਲਾਉਣਾ ਤੇ ਫਿਰ ਇਹ ਵੀ ਮਾਰੇ ਜਾਣਗੇ। ਜੇ ਕਿਸੇ ਨੇ ਐਫੀਡੇਵਿਟ ਦੇਤਾ ਕਿ ਮੇਰੇ ਕੋਲੋਂ ਇਹ ਮਿਨਿਸਟਰ ਨੇ ਜਾਂ ਕਿਸੇ ਆਫੀਸ਼ੀਅਲ ਨੇ ਮੇਰੇ ਕੋਲ 10 ਲੱਖ ਰੁਪਇਆ ਰਿਸ਼ਵਤ ਲਈ ਆ ਤੇ ਨਹੀਂ ਲਾਉਣਗੇ ਤੇ ਫਿਰ ਵੀ ਮਾਰੇ ਜਾਣਗੇ। ਸੋ देयर इज अ ਬਾਰ, ਇਟਸ ਅ ਲੈਵਲ ਆਫ ਸਿਸਟਮ ਇਨ ਪੰਜਾਬ ਜਿਹਨੂੰ ਕਾਂਗਰਸ ਨੂੰ ਵੀ ਫੋਲੋ ਕਰਨਾ ਚਾਹੀਦਾ ਐਂਡ ਦੇ ਸ਼ੁੱਡ ਬੀ ਵੈਰੀ ਕੇਅਰਫੁਲ in and they should bring in much better cleaner leadership not only in Punjab, pan India cleaner leadership ਦੀ ਡਿਮਾਂਡ ਸਾਰੇ ਦੇਸ਼ ਵਿੱਚ ਅੱਜ ਉੱਠੀ। ਖਹਿਰਾ ਸਾਹਿਬ ਇੱਕ ਗੱਲ ਹੋਰ ਹੈ, ਖਹਿਰਾ ਸਾਹਿਬ ਇੱਕ ਗੱਲ ਹੁਣ ਤਾਂ ਯਾਰ ਬਹੁਤ ਜ਼ੋਰ ਲੱਗ ਗਿਆ ਮੇਰਾ। ਲੱਗਦਾ ਨਹੀਂਗਾ ਕਿ ਕਾਂਗਰਸ ਦੀ ਸਾਰੀ ਫੰਡ ਇਕੱਲੇ ਖਹਿਰਾ ਸਾਹਿਬ ਹੀ ਚੱਕੀ ਫਿਰਦੇ ਆ, ਕਿਉਂਕਿ ਦੋ ਬੰਦੇ ਬੋਲਦੇ ਸੀ, ਇੱਕ ਤਾਂ ਚਲੋ ਹੁਣ ਪਟਿਆਲਾ ਜੇਲ੍ਹ 'ਚ ਹੈ ਤੁਹਾਡੇ ਨਾਲ, ਹਾਲਾਂਕਿ ਨੀਚੇ ਜਾ ਕੇ ਵਰਕਰਾਂ ਨੂੰ ਜ਼ਰੂਰ ਮਿਲਦੇ ਆ, ਪਰ ਆ ਜਿਹੜਾ ਤੁਸੀਂ ਪੰਚਾਇਤੀ ਜ਼ਮੀਨ ਵਾਲਾ ਮੁੱਦਾ ਸ਼ੁਰੂ ਤੁਸੀਂ ਕੀਤਾ ਸੀ, ਕੋਈ ਭਰਮਾ ਹੰਗਾਰਾ ਦੇਣ ਵਾਸਤੇ ਤੁਹਾਡੇ ਕੋਲੇ ਆ ਜਾਵੇ? ਨਹੀਂ ਕੋਈ ਗੱਲ ਨਹੀਂ ਜੀ, ਉਹ ਆਪਣਾ ਕੰਮ ਕਰ ਰਹੇ ਨੇ ਸਾਰੇ। ਉਹ ਕੋਈ ਮਾਸ ਕੰਟੈਕਟ 'ਚ ਲੱਗਾ, ਕੋਈ ਆਪਣੀ ਕਨਸਟੀਟੂਐਂਸੀ 'ਚ ਕੰਮ ਕਰ ਰਿਹਾ। ਆਈ ਹੈਵ ਨੋ ਇਸ਼ੂਜ਼, ਆਈ ਹੈਵ ਨੋ ਗਰਾਊਸ। ਮੈਂ CLP ਮੀਟਿੰਗ ਜਾਂ ਜਦੋਂ ਵੀ ਕੱਲ ਹੋਈ ਸਾਰੇ ਪੱਖ ਰੱਖ ਦਿੰਦਾ ਉੱਥੇ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਬਹੁਤ ਇੰਪੋਰਟੈਂਟ ਇੱਕ ਦੋ ਇਸ਼ੂਜ਼ ਨੇ ਜਿਹੜੇ ਕੋਈ ਸਨਸਨੀ ਨਹੀਂਗੇ, ਜਿਹੜੇ ਪੰਜਾਬ ਦੇ ਹਿੱਤ ਦੇ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਔਰ ਅਸੀਂ ਵਿਧਾਨ ਸਭਾ ਦੇ ਵਿੱਚ ਉਹ ਸਾਰੇ ਇਸ਼ੂਜ਼ ਨੂੰ ਉਠਾਵਾਂਗੇ। ਕੈਪਟਨ ਸਾਹਿਬ ਮੈਨੂੰ ਲਿਆਉਣ ਵਾਲੇ ਨਹੀਂ ਸੀਗੇ ਜੀ। ਆਈ ਜੁਆਇਨਡ ਦ ਕਾਂਗਰਸ, ਨੋ ਲਿਸਨ ਟੂ ਮੀ, ਆਈ ਜੁਆਇਨਡ ਦ ਕਾਂਗਰਸ ਪਾਰਟੀ, ਆਈ ਡਿਡ ਨਾਟ ਜੁਆਇਨ ਐਨੀ ਇੰਡੀਵਿਜੂਅਲ। ਮੈਂ ਉਦੋਂ ਵੀ ਕਲੈਰੀਫਾਈ ਕੀਤਾ ਸੀਗਾ, ਕੈਪਟਨ ਅਮਰਿੰਦਰ ਸਿੰਘ ਦੀ ਮੈਂ ਹਰ ਗੱਲ ਤੋਂ ਉਹਨਾਂ ਦੀ ਹਮੇਸ਼ਾ ਕਰਦਾ ਰਿਹਾ ਵਾਂ, ਇੱਜ਼ਤ ਕਰਦਾ, ਅੱਜ ਵੀ ਕਰਦਾ ਵਾਂ। ਪਰ ਜਿਹੜੇ ਕੰਮ ਗਲਤ ਨੇ ਉਹ ਤਾਂ ਕਹਿਣੇ ਪੈਣਗੇ ਨਾ ਉਹਨਾਂ ਨੂੰ ਗਲਤ। ਮੈਂ ਰਾਣੇ ਗੁਰਜੀਤ ਦੇ ਖਿਲਾਫ ਬਹੁਤ ਵਾਰੀ ਕਿਹਾ ਕਿ ਨਾ ਇੰਡਕਟ ਕਰੋ ਉਹਨੂੰ ਜਾਂ ਇਹਨੂੰ ਹਟਾਇਆ ਜਾਵੇ। 10 ਮਹੀਨੇ ਕਿਉਂ ਲੜਦੇ ਰਹੇ ਉਹ? ਇਟ ਵਾਜ਼ ਰੋਂਗ। ਔਰ ਉਹਨੂੰ ਦੁਬਾਰਾ ਰੀਇੰਡਕਟ ਕਰਕੇ ਕਾਂਗਰਸ ਨੇ ਕੀ ਖੱਟ ਲਿਆ ਉਹਦੇ ਵਿੱਚੋਂ? ਸਾਰੀ ਗੱਲ ਤੋਂ ਨਥਿੰਗ ਐਟ ਆਲ। ਸਰ 2 ਮਹੀਨੇ 'ਚ ਇੰਨਾ ਪੰਜਾਬ ਦਾ ਮਾਹੌਲ ਖਰਾਬ ਹੈਗਾ ਤੇ 5 ਸਾਲ ਕਿਵੇਂ ਕੱਢਣਗੇ ਤੁਸੀਂ? ਕੋਈ ਸੁਜੈਸ਼ਨ ਦੱਸ ਸਕਦੇ? ਨਹੀਂ ਕੋਈ ਨਹੀਂ ਜੀ, ਲਾਅ ਐਂਡ ਆਰਡਰ ਵੱਡਾ ਇਸ਼ੂ ਆ। ਸਾਡੀ ਸਰਕਾਰ ਦੇ ਨਾਲ ਪੂਰੀ ਹਰ ਗੱਲ ਦੇ ਉੱਤੇ ਸਾਡੀ ਸਪੋਰਟ ਵੀ ਹੈ, ਇਕੱਲੀ ਨੁਕਤਾਚੀਨੀ ਨਹੀਂ ਗੀ। ਔਰ ਅਸੀਂ ਉਮੀਦ ਕਰਦੇ ਕਿ ਸਰਕਾਰ ਆਉਣ ਵਾਲੇ 5 ਸਾਲ ਚੰਗੇ ਤਰੀਕੇ ਨਾਲ ਚੰਗੇ ਮੁੱਦੇ ਕਰਕੇ ਤੇ ਕਰੇਗੀ। ਜਿਹੜਾ ਗਲਤ ਕਰਨਗੇ ਗਲਤ ਕਰਾਂਗੇ, ਜਿਹੜੇ ਠੀਕ ਕਰਨਗੇ ਉਹ ਠੀਕ ਕਰਨਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।